सत्कारयोग सतगुरां दी साजी निवाजी गुरु रूप प्यारी साध संगत जी, सतगुरां ने महान बख्शिश की है। गुरु दरबार दे विच बैठण दा सुभाग समा प्राप्त होया। परमात्मा ने अपनी पावन पवित्र निੱਘੀ गोद दे विच मनुखता नूं बिठा के इनू समझाउण दे बड़े प्यार सत्कार दे नाल यतन कीते हन। तो गुरु साहिब जी महाराज जियां दे हुक्म नूं हर एक दी इच्छा हुंदी है कि मैं सतगुरां दे हुक्म नूं मन के अपनी जिंदगी दा जिहड़ा अहम हिस्सा है इनू मैं सफलिया करां। परमात्मा दे घर दे विच संगत करनी, समाजिक नियमां दे विच किसे चंगे बंदे दी संगत करनी, सचियार मनुख दे कोल बैठना, सचियार मनुख दे नाल रहना, मनुख दी जिहड़ी जिंदगी है ये एक ना एक दिन जरूर सचियार बन जाती है। जैसी मनुख की संगत होवे वैसी उन्होंने रंगत जिहड़ी है एक ना एक दिन जरूर चढ़ती है। जिहो जे मनुख दे नाल उहदा बैठना उठना है, उहदी विचारधारा एक दूसरे ते जरूर कर्म करती है। वह भावें मनुख किन्ना भी कठोर क्यों ना होवे, निमरता वाले मनुख दे कोल जा जा के बहिंदा तो एक ना एक दिन इहदी कठोरता खत्म हो ही जानी है। गुरु की जिहड़ी संगत है, परमात्मा की साजी निवाजी जिहड़ी गुरु साध संगत है, इस संगत दे विच ते अज तक जो भी आया हर एक मनुख की इच्छा जिहड़ी है वह संपूर्ण हुई है। गुरु अंगद देव साहिब जी महाराज खंडूर साहिब की धरती ते बैठे गुरु दीआं संगतां नूं प्रवचन सुणाउंदे ते जदों गुरु साहिब जी महाराज अमृत वेले बाहर निकलते बहुत सारिया संगतां लैन दे विच लगियां होंदियां सी। दुखियारे मनुख, बड़ी दुनिया दुखी ते सारे जांदे सन। एक गुरु साहिब जी महाराज जियां दी संगत दे विच गया भाई पारो। इन्हें गुरु साहिब जी गुरु अंगद देव साहिब महाराज नूं जाके एक सवाल पूछे है। कहंदे महाराज मैनूं एक गल दसो कि हंस दे विच अते परमहंस दे विच फर्क की हुंदा है। तुसीं आप जी कथा करदे हो, रूहानियत दे मालक हो, मैनू ये सवाल का जिहड़ा जवाब है वो किसी कोलों नहीं मिलिया। ते जिन्ना टाइम सवाल का जवाब ना मिले उन्ना टाइम जिहड़ी मनुख की जिंदगी है ये मनुख अपनी जिंदगी नूं अधूरी जिंदगी समझदा है जदों कोई सवाल का जवाब ना मिले। गुरु नानक महाराज के घर नूं सब तो वड्डा घर पता क्यों कहा गया? वो इस वास्ते कहा गया है कि दुनिया भर के जिन्ने भी तेरे सवाल ने उन्हां सारे सवालों का जवाब तो गुरबाणी तो लै सकदा है। जो भी तेरे सवाल ने
ਤੇ ਸਵਾਲਾਂ ਦਾ ਜਵਾਬ ਲੈਣ ਵਾਸਤੇ ਦੁਨੀਆ ਆਪਣਾ ਧਨ ਵੀ ਖਰਚ ਕਰਦੀ ਹੈ, ਬੜਾ ਕੁਛ ਪਦਾਰਥ ਵੀ ਖਰਚ ਕਰਦੇ ਨੇ, ਪਦਾਰਥ ਵੀ ਦਿੰਦੇ ਹਨ, ਸਮਾਂ ਵੀ ਬਰਬਾਦ ਹੁੰਦਾ ਹੈ। ਸਵਾਲਾਂ ਦੇ ਜਵਾਬ ਲੈਣ ਵਾਸਤੇ ਜਾਂਦੇ ਆ ਨਾ ਹਰ ਇੱਕ ਜਗ੍ਹਾ 'ਤੇ। ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਕਹਿੰਦੇ ਹੰਸ ਦੇ ਵਿੱਚ ਅਤੇ ਪਰਮਹੰਸ ਦੇ ਵਿੱਚ ਇਹ ਅੰਤਰ ਹੁੰਦਾ ਹੈ ਕਿ ਹੰਸ ਜਿਹੜਾ ਹੈ ਉਹ ਆਪਣੇ ਕੋਲ ਬੈਠੇ ਬਗਲੇ ਨੂੰ, ਕੋਲ ਬੈਠੇ ਕਾਂ ਨੂੰ ਆਪਣੀ ਹੰਸ ਆਪਣੇ ਵਰਗਾ ਨਹੀਂ ਬਣਾਉਂਦਾ। ਹੰਸ ਆਪਣੇ ਵਰਗਾ ਨਹੀਂ ਬਣਾ ਸਕਦਾ। ਤੇ ਕਹਿੰਦੇ ਮਹਾਰਾਜ ਪਰਮਹੰਸ, ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਪਰਮਹੰਸ ਉਹਨੂੰ ਕਹਿੰਦੇ ਨੇ ਜਿਹੜਾ ਆਪਣੇ ਕੋਲ ਬੈਠੇ ਬਗਲੇ ਨੂੰ, ਆਪਣੇ ਕੋਲ ਬੈਠੇ ਕਾਂ ਨੂੰ ਵੀ ਆਪਣੇ ਵਰਗੀ ਜ਼ਿੰਦਗੀ ਦੇ ਦਿੰਦਾ ਹੈ, ਉਹਨੂੰ ਪਰਮਹੰਸ ਕਹਿੰਦੇ ਨੇ। ਹੰਸ ਜਿਹੜਾ ਹੈ ਇਹ ਮਾਨ ਸਰੋਵਰ ਤੋਂ ਸੁੱਚੇ ਮੋਤੀਆਂ ਦਾ ਚੋਗ ਚੁਗਦਾ ਹੈ। ਪਰਮਹੰਸ ਜਿਹੜਾ ਜੀਵਨ ਹੈ ਇਹ ਗੁਰੂ ਦੇ ਸ਼ਬਦ ਨੂੰ ਟੇਕ ਲੈ ਕੇ, ਗੁਰੂ ਦੇ ਸ਼ਬਦ ਦੀ ਤੇ ਗੁਰੂ ਦਾ ਸ਼ਬਦ ਦਾ ਅਗਾਹਾਂ ਵਰਤਾਰਾ ਕਰਦਾ ਰਹਿੰਦਾ ਹੈ। ਗੁਰੂ ਦੇ ਸ਼ਬਦ ਦੀ ਟੇਕ ਲੈ ਕੇ ਉਸ ਦਾ ਅਗਾਹਾਂ ਵਰਤਾਰਾ ਕਰਦਾ ਰਹਿੰਦਾ ਹੈ। ਇਹ ਇੱਕ ਸੁੱਚੇ ਮੋਤੀ ਤੋਂ ਲੱਖਾਂ ਬਲੌਰ ਪੈਦਾ ਕਰ ਦਿੰਦਾ ਹੈ। ਇਹਨੂੰ ਪਰਮਹੰਸ ਕਹਿੰਦੇ ਨੇ। ਜਿਹੜਾ ਆਪਣੇ ਵਰਗਾ ਕਿਸੇ ਨੂੰ ਬਣਾ ਲਵੇ। ਜਦੋਂ ਜਾਣ ਲੱਗਿਆ ਨਾ ਭਾਈ ਪਾਰੋ, ਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ ਤੇਰਾ ਨਾਮ ਤੇ ਦੱਸ ਜਾ, ਤੂੰ ਹੈ ਕੌਣ ਤੇ ਆਇਆ ਕਿੱਥੋਂ ਹੈ? ਕਹਿੰਦਾ ਮਹਾਰਾਜ ਮੈਂ ਪਰੇ ਤੋਂ ਆਇਆ, ਪਾਰ ਤੋਂ ਆਇਆ ਤੇ ਪਾਰੋ ਮੇਰਾ ਨਾਮ ਹੈ। ਦਿਵ ਦ੍ਰਿਸ਼ਟੀ ਪਰਮਾਤਮਾ ਦੀ ਐਸੀ ਪਈ, ਜਾਂਦੇ ਜਾਂਦੇ ਨੂੰ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਭਾਈ ਪਾਰੋ, ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜੀਆਂ ਦੇ ਚਰਨਾਂ ਵਿੱਚ ਆਉਂਦਾ ਜਾਂਦਾ ਰਹੀ, ਇੱਕ ਨਾ ਇੱਕ ਦਿਨ ਤੂੰ ਪਰਮਹੰਸ ਜ਼ਰੂਰ ਬਣੇਗਾ, ਜ਼ਰੂਰ ਬਣੇਗਾ। ਗੁਰੂ ਦਾ ਹੁਕਮ ਮੰਨ ਲਿਆ। ਇੱਕੋ ਹੀ ਹੁਕਮ ਕੀਤਾ ਸੀ ਮਹਾਰਾਜ ਨੇ ਕਿ ਤੂੰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਆਉਂਦਾ ਜਾਂਦਾ ਰਹੀ। ਖੰਡੂਰ ਸਾਹਿਬ ਜੀ ਬੈਠੇ ਸੀ ਮਹਾਰਾਜ ਜੀ, ਤੇ ਇਹਦਾ ਪਿੰਡ ਸੀ ਡੱਲ ਪਿੰਡ, ਸੁਲਤਾਨਪੁਰ ਲੋਧੀ ਦੇ ਨੇੜੇ। ਉਹ ਜਿਹੜਾ ਡੱਲ ਪਿੰਡ ਹੈ, ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਵੇਲੇ ਉੱਥੇ 72 ਬ੍ਰਹਮ ਗਿਆਨੀ ਇੱਕ ਪਿੰਡ ਦੇ ਵਿੱਚ ਪੈਦਾ ਹੋਏ ਸੀ। 72 ਬ੍ਰਹਮ ਗਿਆਨੀ ਇੱਕ ਪਿੰਡ ਦੇ ਵਿੱਚ, ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਵੇਲੇ। ਇਹ ਸੁਲਤਾਨਪੁਰ ਲੋਧੀ ਦੇ ਨੇੜੇ ਹੀ ਹੈ। ਸ਼ਾਇਦ ਕਦੇ ਆਪ ਜੀ ਗਏ ਹੋਂ। ਪਿੱਛੇ ਜੇ ਸੁਲਤਾਨਪੁਰ ਲੋਧੀ ਦੇ ਵਿੱਚ ਬਹੁਤ ਵੱਡਾ ਭਾਰੀ ਇਕੱਠ ਹੋਇਆ ਸੀ। ਵੈਸੇ ਤਾਂ ਉੱਥੇ ਬਹੁਤ ਇਕੱਠ ਦੇ ਵਿੱਚ ਤਾਂ ਪੀਜ਼ੇ ਬਰਗਰ ਖਾਣ ਵਾਲੇ ਹੀ ਗਏ ਸੀ, ਜਿਹੜੇ ਖਾ ਕੇ ਮੁੜ ਕੇ ਆਏ ਹੈ। ਉੱਥੇ ਕਿਹੜਾ ਕੋਈ ਗੁਰੂ ਸਾਹਿਬ ਜੀ ਮਹਾਰਾਜੀਆਂ ਦਾ ਇਤਿਹਾਸ ਫਰੋਲਣ ਵਾਸਤੇ ਗਏ ਸੀ। ਇਤਿਹਾਸ ਜਿਹਨੇ ਗੁਰੂ ਸਾਹਿਬ ਜੀ ਮਹਾਰਾਜੀਆਂ ਦਾ 3 ਜਗ੍ਹਾ ਤੋਂ ਇਤਿਹਾਸ ਮਿਲਦਾ ਹੈ ਪਰਮਾਤਮਾ ਦਾ ਸਾਨੂੰ। ਇੱਕ ਤੇ ਜਿਹੜਾ ਲਿਖਿਆ ਹੋਇਆ ਇਤਿਹਾਸ ਹੈ ਉਹਦੇ ਵਿੱਚੋਂ ਉਹ ਮਿਲਦਾ ਹੈ। ਦੂਜਾ ਇਤਿਹਾਸ ਮਿਲਦਾ ਸਾਨੂੰ ਗੁਰੂ ਦੀਆਂ ਨਿਸ਼ਾਨੀਆਂ ਤੋਂ। ਬਹੁਤਾ ਇਤਿਹਾਸ ਹੈ ਜਿਹੜਾ ਤੁਹਾਨੂੰ ਲਿਖਿਆ ਨਹੀਂ ਮਿਲੂਗਾ, ਪਰ ਬਾਹਰਲੀਆਂ ਸਟੇਟਾਂ ਦੇ ਵਿੱਚ ਜਦੋਂ ਜਾਓਗੇ ਗੁਰੂ ਦੀਆਂ ਨਿਸ਼ਾਨੀਆਂ ਦੇਖ ਦੇਖ ਕੇ ਤੁਹਾਨੂੰ ਇਤਿਹਾਸ ਦਾ ਪਤਾ ਲੱਗੇਗਾ। ਤੇ ਤੀਜੀ ਜਗ੍ਹਾ
ਸੀਨੇ ਬਸੀਨੇ ਇਤਿਹਾਸ ਮਿਲਦਾ ਹੈ। ਜਦ ਅਸੀਂ ਕਿਸੇ ਵੱਡ ਵਡੇਰਿਆਂ ਦੇ ਕੋਲ ਬਹਿੰਦੇ ਹਾਂ, ਗੁਰੂ ਦੀਆਂ ਕੁਲਾਂ ਦੇ ਵਿੱਚੋਂ ਜਿਹੜੀਆਂ ਅੰਸ ਬੰਸ ਚੱਲੀ ਆ ਰਹੀ ਹੈ, ਉਹ ਸੀਨੇ ਵੀ ਬਸੀਨੇ ਵੀ ਇਤਿਹਾਸ ਮਿਲਦਾ, ਸਾਹਮਣੇ ਬੈਠ ਕੇ ਗੱਲਾਂ ਕਰਨੀਆਂ। 3 ਜਗ੍ਹਾ ਤੋਂ ਇਤਿਹਾਸ ਮਿਲਦਾ ਮਨੁੱਖ ਨੂੰ। ਬੜੀ ਦੁਨੀਆ ਗਈ ਹੈ ਸੁਲਤਾਨਪੁਰ ਲੋਧੀ, ਬੜੀਆਂ ਸਿਫਤਾਂ ਦੇਖੀਆਂ ਨੇ, ਬੜੇ ਉੱਥੇ ਪੀਜੇ ਬਰਗਰ ਦੇ ਲੰਗਰ ਲੱਗੇ, ਬੜਾ ਕੁਛ ਹੋਇਆ, ਚੰਗੀ ਗੱਲ ਹੈ। ਸਮੇਂ ਦੇ ਮੁਤਾਬਕ ਸਭ ਕੁਛ ਚਾਹੀਦਾ ਹੈ, ਪਰ ਸ਼ਾਇਦ ਹੀ ਕੋਈ ਰੱਬ ਦਾ ਪਿਆਰਾ, ਕੋਈ ਗੁਰਮੁਖ ਪਿਆਰਾ ਹੋਊਗਾ ਜਿਹੜਾ 72 ਬ੍ਰਹਮ ਗਿਆਨੀ ਜਿਹੜੇ ਪਿੰਡ ਦੇ ਵਿੱਚ ਪੈਦਾ ਹੋਏ ਸੀ, ਉਹਨਾਂ ਬ੍ਰਹਮ ਗਿਆਨੀਆਂ ਦੀ ਧਰਤੀ 'ਤੇ ਜਾ ਕੇ ਆਇਆ। ਖੈਰ, ਗੁਰੂ ਸਾਹਿਬ ਜੀ ਮਹਾਰਾਜ ਵੇਲੇ ਇੰਨੇ ਬ੍ਰਹਮ ਗਿਆਨੀ ਹੋਏ, ਤੇ ਜਾਂਦੇ ਜਾਂਦੇ ਗੁਰੂ ਸਾਹਿਬ ਜੀ ਮਹਾਰਾਜ ਨੇ ਵਚਨ ਕਰਤਾ ਪਾਰੋ, ਕਹਿੰਦੇ ਤੂੰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਕੋਲ ਜਾਂਦਾ ਰਹੀ, ਪਰਮਹੰਸ ਬਣੇਗਾ ਇੱਕ ਦਿਨ। ਤੇ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਵਚਨ ਸੀ ਜਿਹੜਾ ਉਹਨੇ ਮੰਨ ਲਿਆ, ਇੱਕੋ ਹੀ ਵਚਨ ਸੀ। ਆਪਣੇ ਨਗਰ ਤੋਂ ਚੱਲਿਆ ਕਰੇ ਘੋੜੀ ਲੈ ਕੇ, ਤੇ ਬਾਣੀ ਪੜ੍ਹਨੀ ਸ਼ੁਰੂ ਕਰ ਦਿਆ ਕਰੇ ਨਗਰ ਤੋਂ ਤੁਰਦਾ। ਜਿੰਨਾ ਵਕਤ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਨਾ ਕਰ ਲੈਂਦਾ, ਉਹਨਾਂ ਵਕਤ ਭਾਈ ਪਾਰੋ ਬਾਣੀ ਨਹੀਂ ਪੜ੍ਹਨੋਂ ਹਟਦਾ ਸੀ। ਉਹਨਾਂ ਟਾਈਮ, ਉਹਨਾਂ ਵਕਤ ਜਿਹੜਾ ਹੈ ਬਾਣੀ ਨਹੀਂ ਪੜ੍ਹਨੋਂ ਹਟਦਾ ਸੀ। ਕੰਠ ਗੁਰਬਾਣੀ ਪੜ੍ਹਦਾ ਸੀ, ਬੜੀ ਸੁਰੀਲੀ ਆਵਾਜ਼ ਦੇ ਵਿੱਚ, ਬੜੀ ਮਿਠਾਸ ਦੇ ਵਿੱਚ ਸੀ ਜਿਹੜਾ ਉਹ ਬਾਣੀ ਪੜ੍ਹਦਾ ਹੁੰਦਾ ਸੀ। ਘੋੜੀ 'ਤੇ ਆਉਣਾ, ਲਗਾਤਾਰ ਬਾਣੀ ਪੜ੍ਹਦੇ ਰਹਿਣਾ ਭਾਈ ਪਾਰੋ ਨੇ ਸੁਰੀਲੀ ਆਵਾਜ਼ ਦੇ ਵਿੱਚ। ਕੋਈ ਮਨੁੱਖ ਹੈ, ਹਰ ਇੱਕ ਮਨੁੱਖ ਦੇ ਗੁਰਬਾਣੀ ਦੇ ਜਿਹੜੇ ਸ਼ਬਦ ਨੇ ਇਹ ਕੰਠ ਹੋਣੇ ਲਾਜ਼ਮੀ ਚਾਹੀਦੇ ਨੇ। ਕੰਠ ਹੋਵੇ। ਜਪਜੀ ਸਾਹਿਬ ਦੀਆਂ ਜਿਹੜੀਆਂ 38 ਪੌੜੀਆਂ ਨੇ, ਇਹ ਸ਼ਾਇਦ ਹੀ ਕਿਸੇ ਦੇ ਕੰਠ ਹੋਈਆਂ ਹੋਵਨ, ਪਰ ਅੱਜ ਤੋਂ 38 ਦਿਨ ਪਹਿਲਾਂ, 38 ਮਹੀਨੇ ਪਹਿਲਾਂ, 38 ਸਾਲ ਪਹਿਲਾਂ ਪਿੰਡ ਦੇ ਵਿੱਚ ਕੀ ਹੋਇਆ ਸੀ, ਸਭ ਕੁਝ ਹਰੇਕ ਦੇ ਯਾਦ ਹੈ। ਸਟੇਟ ਦੇ ਵਿੱਚ ਕੀ ਹੋਇਆ ਸੀ, ਫਲਾਣੇ ਦੇਸ਼ ਦੇ ਵਿੱਚ ਕੀ ਹੋਇਆ ਸੀ, ਸਭ ਦੇ ਯਾਦ ਹੈ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੂੰ ਗੁਰੂ ਨਾਨਕ ਮਹਾਰਾਜ ਦਾ ਇਹ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਕੰਠ ਕਰ ਸਕਦਾ। ਜਿੱਥੇ ਵੀ ਜਾਵੇਂ, ਸਫ਼ਰ ਤੈਅ ਕਰਦਾ ਹੈ, ਕੁਛ ਵੀ ਕਰਦਾ ਹੈ, ਤਾਂ ਸਫ਼ਰ ਦੇ ਵਿੱਚ ਵੀ ਤੇਰਾ ਇਹ ਕੰਠ ਗਲੇ ਦੇ ਅਨੁਸਾਰ ਤੇਰਾ ਇਹ ਜਪਜੀ ਸਾਹਿਬ ਦਾ ਪਾਠ ਤੇਰੇ ਗਲੇ 'ਚ ਹੋਣਾ ਜ਼ਰੂਰੀ ਹੈ। ਸਫ਼ਰ ਦੇ ਵਿੱਚ ਵੀ, ਸਫ਼ਰ ਦੇ ਵਿੱਚ ਕੰਠ ਗਲੇ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਹੋਵੇ, ਨਾ 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 ਨਾ, ਅਸੀਂ ਤੇ ਗੁਰਦੁਆਰੇ ਦੇ ਵਿੱਚ ਬੈਠ ਕੇ ਨਹੀਂ ਕਦੇ ਜਪਜੀ ਸਾਹਿਬ ਦਾ ਪਾਠ ਕਰ ਸਕਦੇ। ਉੱਥੇ ਵੀ ਜੇ ਕੋਈ ਨੌਬਤ ਆਵੇ ਨਾ, ਜੇ ਕੋਈ ਪਾਠ ਪੜ੍ਹਨ ਦੀ ਨੌਬਤ ਆਵੇ, ਉੱਥੇ ਤੇ ਭਾਈ ਸਾਹਿਬ ਪੜ੍ਹੇ ਚਾਹੇ ਨਾ ਪੜ੍ਹੇ, ਉੱਥੇ ਤੇ ਭਾਈ ਸਾਹਿਬ ਪੜ੍ਹੇ ਨਾ, ਇਹ ਜਿਹੜਾ ਬਾਣੀ ਪੜ੍ਹਨੀ ਹੈ ਇਹ ਤੇ ਇਕੱਲੇ ਭਾਈ ਸਾਹਿਬ ਤੇ ਹੈ, ਦੂਜੇ ਨੇ ਨਹੀਂ ਕਿਸੇ ਨੇ ਪੜ੍ਹਨੀ। ਫਿਰ ਕਹਿ ਦਿੰਦੇ ਨੇ ਸਾਡੇ ਬਾਣੀ ਸਮਝ ਦੇ ਵਿੱਚ ਨਹੀਂ ਆਉਂਦੀ। ਲੈ ਸਮਝ ਵਿੱਚ ਕੀ ਆਵੇ, ਤੂੰ ਸਮਝਣ ਦੇ ਕਦੇ ਯਤਨ ਕੀਤੇ ਹੀ ਨਹੀਂ। ਜੇ ਸਮਝਦਾ ਹੁੰਦਾ ਤੇ ਅੱਜ ਨੂੰ ਇਹ ਜਪਜੀ ਸਾਹਿਬ ਦਾ ਪਾਠ ਤੇਰੇ ਕੰਠ ਹੋਣਾ ਸੀ। ਸੁਣ ਸੁਣ ਕੇ ਹੀ ਕੰਠ ਕਰ ਲੈਂਦਾ, ਪੜ੍ਹ ਪੜ੍ਹ ਕੇ ਕੰਠ ਕਰ ਲੈਂਦਾ। ਹੁਣ ਤੇਰੀ ਸਮਝ ਦੇ ਵਿੱਚ ਕਿੱਥੋਂ ਆਵੇ, ਕਿਉਂਕਿ ਹੁਣ ਤੇਰੇ ਕੋਲ ਸਮਝ ਹੀ ਨਹੀਂ ਹੈ। ਮਨੁੱਖ ਨੂੰ ਦੋ ਹੀ ਗੱਲਾਂ ਜਿਹੜੀਆਂ ਨੇ, ਜਾਂ ਤੇ ਕੋਈ ਪੜ੍ਹਨ ਵਾਲੇ ਦੇ ਵਿੱਚ ਘਾਟ ਹੈ, ਮਾਫ਼ ਕਰਨਾ, ਵੈਸੇ ਪੜ੍ਹਨ ਵਾਲੇ ਦੇ ਵਿੱਚ ਕੋਈ ਘਾਟ ਅਸੀਂ ਨਹੀਂ ਕਹਿ ਸਕਦੇ, ਕਿਉਂਕਿ ਜਿਹੜਾ ਮਨੁੱਖ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਉਹਨੂੰ ਕਿਵੇਂ ਅਸੀਂ ਕਹਿ ਸਕਦੇ ਹਾਂ। ਜਾਂ ਤੇ ਉਸ ਨੂੰ ਲਾਂਭਾ ਦਿੱਤਾ ਜਾ ਸਕਦਾ ਹੈ, ਤੇ ਜਾਂ ਮਨੁੱਖ ਨੂੰ ਆਪਣੇ ਆਪ 'ਤੇ ਅੰਦਾਜ਼ਾ ਲਾਉਣਾ ਪਊਗਾ ਵੀ ਜਿਹੜਾ ਜਪਜੀ ਸਾਹਿਬ ਦਾ ਮੇਰੇ ਪਾਠ ਸਮਝ ਵਿੱਚ ਨਹੀਂ ਆ ਰਿਹਾ,
तो की मेरे कोल मेरी समझ है ਜਾਂ नहीं? होर अगे चले जाओ। तू चाहुंदा है कि मेरी जिंदगी नूं जपजी साहिब दा पाठ समझ आवे। महाराज पुछदे ने तेरे कोल तेरी जिंदगी हैगी है? किते ये तां नहीं जिंदगी तेरी है ते बगाने हथ डोर चलदी है तेरी? तेरे कोल तेरी जिंदगी है ते फिर जे तेरे कोल तेरी समझ है तो तेरे जपजी साहिब समझ दे विच आवेगा। समझ तेरे कोल है नहीं, तेरी जिंदगी तेरे कोल है नहीं, तो जपजी साहिब किहड़े हिसाब नाल समझ आवे तेरे? इक्को वचन मन्निया गुरु साहिब जी महाराज दा। भाई पारो अपने नगर चों चलदा है, गुरु अमरदास साहिब महाराज दे कोल दरिया पार करके महाराज दे कोल आ जांदा है। महाराज दे कोल आउंदा है, इन्नी प्यार सत्कार नाल गुरबाणी पढ़ रहा है कि भाई पारो नूं जेड़े जेड़े पंछी उसदी आवाज़ सुनते ने ना, वो सारे दे सारे पंछी घोड़ी दे मगर लग लैंदे ने। गजब दी गल है। ये कोई मिथ्यास नहीं है, इतिहास है गुरु दा। ये इतिहास है गुरु दे सिख दा। मगर मगर पंछी लग लेंदे ने। आवाज़ इन्नी मिठास भरी आवाज़ दे विच भाई पारो गुरबाणी नूं पढ़दे ने। गुरु अंगद देव साहिब महाराज कोल आउंदे ने। एक दिन जदों दरिया पार करन लग्या ना, एक वारी ते पार करके लंघ गया। उस एरिए का सूबेदार बैठा सी दरिया के कंढे ते, क्योंकि दरिया बड़ा ठाठा मारदा सी ते भाई पारो ते मौज नाल ही लंघे उस विच दी, देखदा रहा। जद शाम नूं गया ना दुबारे, तो भाई पारो नूं पुछदे ने, कहंदे इन्ना भरिया दरिया वग रहा है, मैं तुहानूं सुबह भी देखिया सी कि तुसीं बड़े आसान तरीके दे नाल लंघ गए, ते हुण भी तुसीं इस दरिया दे विच दे पार होण वास्ते आए हो। ये दरिया ते वड्डे वड्डे शरीरां नूं डोब के रखदे, पर तुसीं क्यों नहीं डुबदे इस दे विच? भाई पारो कहन लगे, कहंदे मैं उस गुरु दे दर्शन दीदारे करके आउणा जेड़ा गुरु भव सागर दरियावां दे विचों जिंदगियां नूं पार लाउंदा है। उस गुरु दे दर्शन करके आउणा। मैं उस गुरु दा जिहड़ा वचन है, वो वचन मैं सिर मत्थे मन्निया होया है। वो कहन लगे, चल फिर, कहंदे जेड़ा ऐसा गुरु समर्थ है, जेड़ा गुरु एडे भव सागर तो इस समुंदर दे विचों पार लाउंदा है, मैनू भी उस गुरु दे दर्शन दीदारे करवा दे। भाई पारो ने की कीता, कहंदे जे तू गुरु दे दर्शन दीदारे करने, फौज का कमांडर सी, उन्हें अपनी कमान सी जिहड़ी वो अपने पुत्र नूं संभाल दित्ती। कहंदा फौज की सांभ संभाल तू करी, मैं गुरु दे दर्शन कर आवां। कहंदे जी ठीक है, जो गुरु दे दर्शन दीदारे तू करने, मैं गुरु दे दर्शन दीदारे जिहड़े वो करां। इन्नी गल कह के वो सूबेदार भाई पारो जी ने, भाई पारो ने सूबेदार नूं घोड़े दे पिछे बिठा लिया। कहंदे आ तैनूं गुरु दे दर्शन करा के लेके आवां। जदों उन्हों बिठा लिया तो ले गया गुरु अमरदास साहिब जी महाराज दे कोल कि तैनूं दर्शन करावां, गुरु दे बचन, गुरु साहिब जी महाराजियां दे बचन सुन। भाई पारो वो सूबेदार नूं लैके गुरु अमरदास साहिब जी महाराज जियां दे कोल आया। आके नमस्कार कीते, डंडौत वंदना महाराज दे चरनां विच। कहंदे भाई पारो किनूं लैके आया? कहंदे महाराज ये सूबेदार है, कमांडर है फौज दा, ते अपनी कमान अपने बेटे नूं संभाल के ये तुहाडे दर्शन करन वास्ते आया। ते अगों सिमरन दे पुंज
सेवा दे मुजस्मे गुरु अमरदास साहिब जी महाराज, ऐसी नज़र गुरु अमरदास साहिब जी महाराज ने मारी उस सूबेदार ते, महाराज ने अपने चरणों का सेवक बना लिया, चरणों का सेवक बना लिया। चरणों का सेवक इहो जिहा बनाया, गुरु साहिब जी महाराजियां नूं कहन लग्या, महाराज हुण ते मैं तुहाडे चरणों दे विच ही रहांगा, हुण मैं तुहाडे चरणों तो दूर नहीं जाना चाहुंदा। ये जिहड़ी नौकरी है, यह सारा कुछ हुण छड्ड देना है। ये जिहड़ी चाकरी है जे हुण करनी है तो हुण अकाल पुरख दे चरणों की करनी है, हुण होर किसी की चाकरी नहीं करनी। गुरु साहिब जी महाराजियां ने भाई पारो ने लेके आंदा इस सूबेदार जोगी खान नूं, ते जदों गुरु साहिब जी महाराज ने 22 मंजियां बख्शियां सी, 22 मंजियां दे विचों एक मंजी जोगी खान नूं भी मिली हुई सी। बोलो सतनाम। एक मंजी योगी खान नूं भी मिली हुई सी। गुरु साहिब जी महाराज कहन लगे, पारो जदों दूसरे जामे दे विच सीगे असीं, उदों तो बचन कीता सी ना कि हंस किहनूं कहंदे ने ते परम हंस किहनूं कहंदे ने, ते तैनूं कहा सी, बचन कीता सी कि तूं आउंदा जांदा रही गुरु साहिब जी महाराज दे कोल, एक दिन तूं भी परम हंस बन जाएगा। अज कहंदे इस सूबेदार नूं लिया के तूं इस नूं परमात्मा दे चरनां दे नाल जोड़ दिता है, ये सतगुरां दे चरनां दा भौरा बन गया। हुण कहंदे तेरा जिहड़ा जीवन सी ये परमहंस वाला बन गया है। परमहंस उसनूं कहंदे ने जिहड़ा अपने वर्गी जिंदगी दूजे नूं देवे, अपने वर्गी जिंदगी दूजे नूं देवे। किते हुण इस गल नूं उल्ट ना लै जाना, क्योंकि कोई भी बात होवे ना, उन्होंने सीधे कोई समझे ना समझे पुट्ठा रास्ता पहला अपना लेंदे ने। अपने वर्गा, अपने वर्गा बना लेना किसी नूं, अपने वर्गी जिंदगी किसी नूं गुरमुखां वाली दे देनी, उसनूं परमहंस कहंदे ने। ते सारी तां सारी दी दुनिया रुझी हुई है कि तू भी मेरे वर्गा बन जा, तू भी मेरे वर्गा बन जा, तू भी मेरे वर्गा बन जा। तो फिर गुरु का उपदेश तो एको ही है कि तू परमहंस वर्गा अपना जीवन बतीत कर, जे करना चाहुंदा तो। जेड़ा गुरु दे शब्द नूं लै, गुरु दे शब्द की टेक लैके जिहो जा तू आप गुरु दे शब्द दे नाल बनिया वैसा बन जा, वैसा बना दे सबनों, वैसा ही रूप दे दे, अपना रंग रूप सारा दूसरे नूं दे देना। परमहंस जिहदे बगलियां वर्गे समाधि है, कां वर्गा जीवन है, उन्हां नूं भी अपने जैसा बना लेना। ये परमहंस की जिंदगी दे विच आया है, उसनों परमहंस कहंदे ने। गुरु साहिब जी महाराज कहंदे हन कि जे तू अपनी जिंदगी बतीत करनी है, समाज दे विच आए तो समाज दे विचों सब ने एक दिन चले भी जाना है। बेहतर जिंदगी है कि कुछ ना कुछ तो समाज दे विच ऐसा कर कि ये जिहड़ी तेरी जिंदगी है, तेरी जिंदगी नूं हमेशा सजदा हुंदियां रहन, हमेशा ही सजदा हुंदियां रहन। ते गुरु साहिब जी महाराज कहंदे ऐसा कर्म कोई ना करी जिन्ना कर्मां सदका तैनूं लानतां पैंदियां रहन, ते अगाहां वाला जिहड़ा जीवन है वो भी तेरा जिहड़ा है वो जिंदगी तेरी बर्बाद होंदी रहे। इहो जिहा कर्म कोई ना करी। देखी फिर अगाहां वाले जीवन ने जिंदगी दे विच आप जी बहुत सारे जानवरां दी जिंदगी देखते हैं जिहड़े परमात्मा दे सिमरन नूं छड्ड दिंदे ने। कबीर हर का सिमरन छड़ के रात जगावन जाए,
ਸਰਪਨ ਹੋਏ ਕੈ ਅਵਤਰੈ ਜਾਏ ਆਪਣੇ ਖਾਏ। ਗੁਰੂ ਸਾਹਿਬ ਜੀ ਮਹਾਰਾਜ ਦੇ ਬਚਨ ਨੇ। ਕਬੀਰ ਸਾਹਿਬ ਦੇ ਬਚਨ ਆਪ ਜੀ ਅਖੰਡ ਪਾਠ ਵਾਲੇ ਦਿਨ ਬੜੇ ਆਨੰਦ ਦੇ ਵਿੱਚ ਬੈਠ ਕੇ ਕਬੀਰ ਸਾਹਿਬ ਦੇ ਬਚਨ ਅਸੀਂ ਸੁਣਦੇ ਹਾਂ। ਕਬੀਰ ਹਰਿ ਕਾ ਸਿਮਰਨ ਛਾੜ ਕੇ ਰਾਤ ਜਗਾਵਣ ਜਾਏ। ਜਿਹੜੇ ਪਰਮਾਤਮਾ ਦੇ ਸਿਮਰਨ ਨੂੰ, ਪਰਮਾਤਮਾ ਦੀ ਬੰਦਗੀ ਨੂੰ ਛੱਡ ਦਿੰਦੇ ਨੇ, ਫਿਰ ਉਹਨਾਂ ਨੂੰ ਜਿਹੜਾ ਅਗਾਹਾਂ ਵਾਲਾ ਜੀਵਨ ਹੈ, ਸਰਪਨ ਹੋਏ ਕੈ ਅਵਤਰੈ ਜਾਏ ਆਪਣੇ ਖਾਏ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਆਪਣੀ ਜ਼ਿੰਦਗੀ ਦੇ ਵਿੱਚ ਇਸ ਗੱਲ ਦਾ ਧਿਆਨ ਰੱਖੀ, ਪਰਮਾਤਮਾ ਦੀ ਸਿਮਰਨ ਬੰਦਗੀ ਨੂੰ ਛੱਡ ਕੇ ਬੁਰੇ ਕਰਮ ਨਾ ਕਰੀ। ਇਹ ਨਾ ਸੋਚੀ ਕਿ ਕਿਸੇ ਦੇ ਘਰ ਮਾੜਾ ਹੋਇਆ ਤੇ ਆਪਣੇ ਘਰ ਦੇ ਵਿੱਚ ਬੈਠਾ ਹੱਸੀ ਜਾਵੇਂ। ਕਿਸੇ ਦੇ ਘਰ ਦੇ ਵਿੱਚ ਕੋਈ ਰੋ ਰਿਹਾ ਹੈ, ਆਪਦੇ ਘਰ ਬੈਠਾ ਤੂੰ ਹੱਸੀ ਜਾਵੇਂ। ਇਹ ਨਾ ਕਰੀ। ਇਹਦੇ ਵਿੱਚ ਕਬੀਰ ਸਾਹਿਬ ਜੀ ਮਹਾਰਾਜ ਨੇ ਪਤਾ ਕੀ ਵਚਨ ਕਿਹਾ? ਸਰਪਨ ਹੋਏ ਕੈ ਅਵਤਰੈ ਜਾਏ ਆਪਣਾ ਖਾਏ। ਜੇ ਕਦੇ ਜ਼ਿੰਦਗੀ ਦੇ ਵਿੱਚ ਇਹ ਸਮਝਦੇ ਰਹੇ ਨਾ ਕਿ ਜੇ ਕਿਸੇ ਦਾ ਪੁੱਤ ਮਰ ਜੇ ਤੇ ਸਾਡੇ ਘਰ ਦੇ ਵਿੱਚ ਪੁੱਤ ਪੈਦਾ ਹੋ ਜੇ, ਫਿਰ ਕਬੀਰ ਸਾਹਿਬ ਜੀ ਮਹਾਰਾਜ ਦੇ ਸਖਤ ਵਚਨ ਨੇ। ਸਾਰੇ ਜਾਨਵਰ ਦੇਖਦੇ ਆ ਨਾ ਅਸੀਂ, ਸਾਰੇ ਜਾਨਵਰਾਂ ਦੇ ਵਿੱਚੋਂ ਇੱਕ ਸੱਪਣੀ ਹੈ। ਸੱਪਣੀ ਉਹ ਜਦੋਂ ਬੈਠੀ ਰਹਿੰਦੀ ਹੈ ਇੱਕੋ ਜਗ੍ਹਾ ਤੇ, ਇੱਕੋ ਜਗ੍ਹਾ ਤੇ। ਇਹਦੇ ਵਿੱਚ ਭਾਈ ਗੁਰਦਾਸ ਨੇ ਵੀ ਹਵਾਲਾ ਦਿੱਤਾ, ਮੇਰੇ ਕੋਲ ਇੰਨਾ ਸਮਾਂ ਨਹੀਂ ਹੈ। ਉਹ ਇੱਕੋ ਜਗ੍ਹਾ ਤੇ ਆਪਣੇ ਬੱਚੇ ਕੱਢਣ ਵਾਸਤੇ ਬੈਠੀ ਰਹਿੰਦੀ ਹੈ। ਆਪਣੇ ਬੱਚੇ ਕੱਢਣ ਵਾਸਤੇ ਉਹ ਜਗ੍ਹਾ ਨੂੰ ਛੱਡ ਕੇ ਨਹੀਂ ਜਾਂਦੀ ਕਿਤੇ ਵੀ ਮੈਂ ਆਪਣੇ ਬੱਚੇ ਕੱਢਣੇ ਨੇ, ਕੋਈ ਹੋਰ ਨਾ ਖਾ ਜੇ। ਪਰ ਗਜਬ ਦੀ ਗੱਲ ਹੈ ਕਿ ਜਦੋਂ ਬੱਚੇ ਪੈਦਾ ਹੁੰਦੇ ਨੇ, ਸਰਪਨ ਹੋਏ ਕੈ ਅਵਤਰੈ ਜਾਏ ਆਪਣੇ ਖਾਏ। ਜਦੋਂ ਬੱਚਾ ਪੈਦੇ ਹੁੰਦੇ ਨੇ, ਸੱਪਣੀ ਆਪਣੇ ਬੱਚਿਆਂ ਨੂੰ ਖੁਦ ਹੀ ਖਾ ਜਾਂਦੀ ਹੈ, ਆਪ ਹੀ ਖਾ ਜਾਂਦੀ ਹੈ। ਕਿਉਂ? ਭੁੱਖੀ ਹੈ। ਕਈ ਕਈ ਦਿਨ, ਮਹੀਨੇ ਲੰਘ ਜਾਂਦੇ ਨੇ ਬੈਠੀ ਨੂੰ, ਜਦੋਂ ਬੱਚੇ ਪੈਦਾ ਹੁੰਦੇ ਨੇ ਆਪਣੇ ਬੱਚਿਆਂ ਨੂੰ ਆਪ ਹੀ ਖਾ ਜਾਂਦੀ ਹੈ। ਫਿਰ ਕਬੀਰ ਸਾਹਿਬ ਜੀ ਮਹਾਰਾਜ ਸਾਨੂੰ ਸੁਚੇਤ ਕਰਦੇ ਨੇ, ਜੇ ਕਦੀ ਇਹ ਸਮਝਿਆ ਨਾ ਕਿ ਕਿਸੇ ਦੇ ਘਰ ਬੱਚਾ ਮਰੇ ਤੇ ਸਾਡੇ ਘਰ ਬੱਚਾ ਪੈਦਾ ਹੋਵੇ, ਅਗਾਹਾਂ ਵਾਲਾ ਜਨਮ ਤੈਨੂੰ ਸੱਪਣੀ ਦਾ ਮਿਲਣਾ ਤੇ ਆਪਣੇ ਬੱਚੇ ਤੈਨੂੰ ਖੁਦ ਖਾਣੇ ਪੈਣੇ ਨੇ, ਇੰਨਾ ਭੁੱਖਾ ਰਹਿਣਾ ਪੈਣਾ। ਸਰਪਨ ਹੋਏ ਕੈ ਅਵਤਰੈ ਜਾਏ ਆਪਣਾ ਖਾਏ। ਤੇ ਆਪਣੇ ਬੱਚੇ ਖਾਣੇ ਕਿਤੇ ਸੌਖੇ ਪਏ ਨੇ? ਖਾ ਲੂ ਕਦੇ ਕੋਈ ਆਪਣੇ ਬੱਚਿਆਂ ਨੂੰ, ਪਰ ਖਾਣਾ ਪੈਂਦਾ ਹੈ, ਕਿਉਂਕਿ ਕੀਤੇ ਹੋਏ ਕਰਮ ਤੇ ਫਿਰ ਭੁਗਤਣੇ ਪੈਂਦੇ ਨੇ ਨਾ। ਕੀਏ ਬਿਨ ਲਾਗੇ ਨਹੀਂ, ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਇਹ ਭੁਗਤਣੇ ਪੈਣੇ ਨੇ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਕਿਸੇ ਦੇ ਘਰ ਦਾ ਬੁਰਾ ਨਾ ਤੱਕੀ, ਵਰਨਾ ਤੇਰੀ ਜ਼ਿੰਦਗੀ ਦਾ ਇੰਨਾ ਬੁਰਾ ਹੋ ਜਾਣਾ ਤੈਨੂੰ ਪਤਾ ਤੱਕ ਵੀ ਨਹੀਂ ਲੱਗਣਾ। ਜੁਨੀਆਂ ਦੇ ਵਿੱਚ ਜਾਣਾ ਪੈਣਾ। ਇਹ ਬਹੁਤ ਸਾਰੀਆਂ ਜ਼ਿੰਦਗੀਆਂ ਹੁੰਦੀਆਂ ਜਿਹੜੇ ਕਹਿੰਦੇ ਨੇ ਫਲਾਣੇ ਦੇ ਘਰ ਦੇ ਵਿੱਚ ਤੇ ਪੁੱਤ ਪੈਦਾ ਹੋ ਗਿਆ, ਔਲਾਦ ਪੈਦਾ ਹੋ ਗਈ, ਸਾਡੇ ਤੇ ਹੋਇਆ ਹੀ ਨਹੀਂ, ਹੋਇਆ ਹੀ ਨਹੀਂ ਸਾਡੇ ਤੇ। ਉਹਨਾਂ ਨੇ ਆਪਣੇ ਕਰਮ ਖਾਣੇ, ਤੁਸੀਂ ਆਪਣੇ ਖਾਣੇ ਨੇ। ਕਦੀ ਵੀ ਮਨ ਵਿੱਚ ਇਹੋ ਜਿਹਾ ਬੁਰਾ ਖਿਆਲ ਨਾ ਸੋਚ ਲੈਣਾ, ਕਦੀ ਵੀ, ਕਿ ਕਿਸੇ ਦੇ ਘਰ ਦੇ ਵਿੱਚ ਬੱਚਾ ਪੈਦਾ ਹੋਇਆ ਹੈ, ਸਾਡੇ ਘਰ ਦੇ ਵਿੱਚ ਔਲਾਦ ਕਿਉਂ ਨਹੀਂ ਪੈਦਾ ਹੋਈ। ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਹਨ, ਜੇ ਇਹੋ ਜਿਹਾ ਕਿਸੇ ਦੇ ਘਰ ਦਾ ਬੁਰਾ ਤੱਕਿਆ ਨਾ, ਤੇ ਫਿਰ ਇਹ ਸਮਝ ਲੈਣਾ ਕਿ ਅਗਾਹਾਂ ਵਾਲਾ ਜਨਮ ਸੱਪਣੀ ਦਾ ਮਿਲਣਾ ਹੈ, ਆਪਣੇ ਬੱਚਿਆਂ ਨੂੰ ਖੁਦ ਖਾਣਾ ਪੈਣਾ ਤੈਨੂੰ। ਕਬੀਰ ਹਰਿ ਕਾ ਸਿਮਰਨ ਛਾੜ ਕੇ ਰਾਤ ਜਗਾਵਣ ਜਾਏ, ਸਰਪਨ ਹੋਏ ਕੈ ਅਵਤਰੈ ਜਾਏ ਆਪਣੇ
खाए। हुण अपने बच्चों को खाना कितना औखा है, कोई सौखी गल है, पर खाने पैने ने क्योंकि कर्म तो असी कर रहे हैं। ये जिन्ने कर्म असी करते हैं सारे दे सारे कर्मां दा लेखा जोखा इन बिन भुगतना पैना हर एक नूं, जिन्ने भी कर्म करते हैं। तो बेहतर जिंदगी है, गुरु साहब जी महाराज कहते ने कि तू अपना परमहंस वर्गा जीवन बना। जिन्ना कुछ तेरी जबान दे विच है ये बोलदा रह, परमात्मा की सिमरन बंदगी करदा रह। एक ना एक दिन इहो जिहा आउणा है कि तू किसी नूं गुरु दे चरनां दे नाल जोड़ देना है। जिद्दे कोई दूजी जिंदगी गुरु दे चरनां दे नाल जुड़ गई, तेरा जीवन अपने आप परमहंस वाला बन जाना है, गुरु दे चरनां दे नाल। बड़ी वड्डी गल गुरु अमरदास साहिब जी महाराज ने भाई पारो नूं कही, कहन लगे अज तो बाद यही तूं पुछिया सीगा कि परमहंस ते हंस किहनूं कहंदे ने। परमहंस वर्गा अज तेरा जीवन बन गया, क्योंकि तू सूबेदार जी जिंदगी गुरु दे चरनां दे नाल जोड़ दित्ती है। तो गुरु दे चरनां दे नाल किसे नूं जोड़ना जां गुरु दीयां गल्लां किसे नूं सुणाउणीਆਂ, समाज दे विच इस तो वड्डा कोई चंगा कर्म हो ही नहीं सकता, नहीं हो सकता। गुरु साहिब जी महाराज किरपा करन। समाप्ति का समय, भुलां चुकां दी खिमा आईयां संगतां दा धन्नवाद। प्रेम दे नाल सारी संगत बुलाइए फतेह। वाहिगुरू जी का खालसा, वाहिगुरू जी की फतेह।